ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵੀ ਸ਼੍ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। परम सम्मान योग जुगो जुग अटल साहिब श्री गुरु ग्रंथ साहिब सच्चे पातशाह जी दी पावन पवित्र हजूरी अंदर श्रोमणी गुरुद्वारा प्रबंधक कमेटी वालों जो हर साल गुरु रामदास महाराज जी का गुरपुरब प्रेम शरधा भावना नाल मनाया जाता है, जिथे गुरुद्वारा मंजी साहिब दीवान अस्थान विखे कथा दे विशेष समागम, राग दरबार, कवि दरबार और ढाडी गुरसिख गुरु रामदास जी का यश सरवण करांदे ने। उथे शहर दे वख-वख इलाकियां विच सतगुरु गुरु रामदास जी दे पुरब नूं समर्पित गुरमत समागम दी जो लड़ी है, उस विच भी गुरु रामदास जी दियां सिफतां और गुरमत प्रचार किया जाता है। इसे लड़ी दे अधीन अज आप जी दे इस इलाके विच हजूर दी बख्शिश नाल संध्या दे विशेष गुरमत समागम सज रहे ने। धन गुरु रामदास जी दे दर घर दे कीर्तनीय भाई साहब भाई दलबीर सिंह जी अमृत गुरबाणी कीर्तन सानू सरवण करा के गए ने। आओ सतगुरु गुरु रामदास जी दे जीवन विचों भी और सतगुरु जी दी पवित्र गुरबाणी विचों भी आपां विचारां दी सांझ पावांगे। आप जितने सतगुरु दी चरण शरण विच शोभाएमान हो और लाइव देश विदेश विच बैठे विचार गुरमत समागम सरवण कर रहे हो, देख रहे हो, गुरु बख्शी फतेह स्वीकार करो। अदब सहित असीस बख्शते हुए फतेह बुलाओ। ते ये मैं आप जी नूं जरूर बेनती कर दियां कि फतेह जो है ये साडा नारा नहीं। कई बारी सुनने मिलता है कि गुरु गोबिंद सिंह का दिता नारा बुलंद करो। दरअसल फतेह गुरु साहब ने सानू सिखां नूं संबोध की बोला दिता है। संबोध की बोले का मतलब जदों सिख सिख नूं मिले तो किन्ना शब्दां नाल वो गलबात शुरू कर। थोड़ी जी मैं बेनती फतेह तो पहला करनी है, क्योंकि अज ज़्यादातर साडे सिखां विच भी और अन मत वाले वीर भी जेड़े ने वो सानू वेख के एक शब्द कहने सरदार जी सत श्री अकाल। कई अखबारां उत्ते भी लिखिया हुंदा। चलो गुरमुखो याद रखियो, सत श्री अकाल साडे जयकारे दा अद्धा हिस्सा है। ये साडा संबोध की बोला नहीं। संबोध की बोले विच ते जयकारे विच फर्क है। फिर मन च ख्याल आएगा कि ये जड़ा संबोध की बोला है जिसनों असीं कहने फतेह बुलाउणी, ये धन गुरु गोबिंद सिंह महाराज जी ने दिता है। ते इस तो पहला जदों सिख सिख नूं मिलदे सन ते की बुलांदे सन? एक सवाल है ना।
ਕਿ ਤਾਂ ਦਸ਼ਮੇਸ਼ ਪਿਤਾ ਜੀ ਨੇ ਬਖਸ਼ਿਸ਼ ਕੀਤੀ। ਹਾਂ, ਸਾਡੇ ਕੋਲ ਤਵਾਰੀਖ ਇਤਿਹਾਸ ਵਿੱਚ ਬਾਣੀ ਵਿੱਚ ਸਬੂਤ ਨੇ। ਗੁਰਮਖੋ, ਜਦੋਂ ਗੁਰੂ ਨਾਨਕ ਸਾਹਿਬ ਦੇ ਵੇਲੇ ਸਿੱਖ ਨੂੰ ਮਿਲਦਾ ਸੀ, ਉਹ ਸ਼ਬਦ ਵਰਦਾ ਹੁੰਦਾ ਸੀ। ਮੰਨ ਲਓ ਜਿਵੇਂ ਆਪਾਂ ਅੱਜ ਬੈਠੇ ਕੋਈ ਫਤਿਹ ਗਜਾਨੇ ਆ, ਫਤਿਹ ਬੁਲਾਉਂਦੇ ਆ, ਤੇ ਉਹ ਸਿੱਖ ਬਾਹਰੋਂ ਆਉਂਦਾ ਦੂਸਰੇ ਸਿੱਖਾਂ ਨੂੰ ਵੇਖ ਕੇ ਕਹਿੰਦਾ ਸੀ, ਭਾਈ ਸਿੱਖੋ ਸਤ ਕਰਤਾਰ। ਉਹਦੇ ਸ਼ਬਦ ਵਰਤਿਆ ਜਾਂਦਾ ਸੀ, ਭਾਈ ਗੁਰਸਿੱਖੋ ਸਤ ਕਰਤਾਰ। ਤੇ ਅੱਗੋਂ ਸਿੱਖ ਵੀ ਉੱਤਰ ਦਿੰਦਾ ਸੀ ਕਿ ਭਾਈ ਸਿੱਖਾ ਸਤ ਕਰਤਾਰ। ਇੱਕ ਤਾਂ ਸਤ ਕਰਤਾਰ ਸ਼ਬਦ ਵਰਤੀਦਾ ਸੀ, ਤੇ ਦੂਸਰਾ ਸ਼ਬਦ ਵਰਤਿਆ ਜਾਂਦਾ ਸੀ ਜ਼ਬਾਨ ਨਾਲ ਵੀ ਤੇ ਫਿਜ਼ੀਕਲ ਤੌਰ ਤੇ। ਫਿਰ ਬੇਨਤੀ ਸੁਣਿਓ, ਇਹ ਵੈਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਕਿਤਾਬਾਂ ਛਾਪੀਆਂ ਨੇ, ਉਹਦੇ ਵਿੱਚ ਇਹ ਪ੍ਰਸੰਗ ਦੋ ਚੈਪਟਰ ਨੇ, ਸੰਬੋਧ ਕੀ ਬੋਲਿਆ। ਉਸ ਵਿੱਚ ਕੀ ਸੀ ਜੀ, ਉਸ ਵਕਤ ਦਸ਼ਮੇਸ਼ ਪਿਤਾ ਜੀ ਤੱਕ ਸਿੱਖ ਨੂੰ ਮਿਲਦਾ ਸੀ ਤੇ ਇੱਕ ਦੂਜੇ ਦੇ ਪੈਰਾਂ ਵਿੱਚ ਮੱਥਾ ਵੀ ਟੇਕਦੇ ਸੀ। ਮੈਂ ਕਿਹਾ ਵੀ ਥੋੜਾ ਜਿਹਾ ਇਹਨੂੰ ਹਜਮ ਕਰਨਾ ਜੋ ਹੋਰ ਤਰ੍ਹਾਂ ਲੱਗਣਾ ਹੈ, ਕਿਉਂਕਿ ਸਾਡੇ ਅੰਦਰ ਦੀ ਸਾਈਕੀ ਇਹੋ ਜਿਹੀ ਬਣ ਚੁੱਕੀ। ਇੱਥੇ ਮੱਥਾ ਟੇਕਣ ਦਾ ਅਰਥ ਇਹ ਨਹੀਂ ਸੀ ਕਿ ਇੱਕ ਸਿੱਖ ਦੂਜੇ ਸਿੱਖ ਨੂੰ ਗੁਰੂ ਜਾਣ ਕੇ ਮੱਥਾ ਟੇਕ ਰਿਹਾ ਸੀ। ਨਹੀਂ ਪਿਆਰਿਓ, ਉਸ ਵਕਤ ਜਾਤ ਦੇ ਆਧਾਰ ਤੇ, ਆਰਥਿਕ ਤੌਰ ਤੇ, ਪੈਸੇ ਦੇ ਆਧਾਰ ਤੇ ਇੰਨੀ ਕੁ ਆਪਣੇ ਵਿੱਚ ਨਫ਼ਰਤ ਸੀ ਕਿ ਕਿਸੇ ਨੀਵੀਂ ਜ਼ਾਤ ਵਾਲੇ ਨੂੰ ਲੋਕ ਖੂਹ ਤੋਂ ਪਾਣੀ ਨਹੀਂ ਸਨ ਭਰਨ ਦਿੰਦੇ। ਸਤਿਗੁਰਾਂ ਨੇ ਕਿਹਾ ਕਿ ਇੱਥੇ ਅਮੀਰ ਹੋਵੇ ਗਰੀਬ ਹੋਵੇ, ਸਿੱਖ ਇੱਕ ਦੂਜੇ ਦੇ ਪੈਰਾਂ ਵਿੱਚ ਮੱਥਾ ਟੇਕੇ। ਇਹਦਾ ਮਤਲਬ ਅੰਦਰ ਦੀ ਖੌਮੇ ਮਰੇਗੀ। ਦੇਖੋ ਬਾਣੀ 'ਚ ਇੱਕ ਬਚਨ ਹੁੰਦਾ ਹੈ, ਰਾਣਾ ਰੰਕ ਬਰਾਬਰੀ। ਭਾਈ ਗੁਰਦਾਸ ਸਾਹਿਬ ਨੇ ਇਹ ਬਰਾਬਰਤਾ ਵਾਸਤੇ ਸੀ ਮੱਥਾ ਟੇਕਣ ਦੀ ਗੱਲ। ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਪੈਰੀ ਪਵਣਾ ਜਗ ਵਰਤਾਇਆ ਭਾਈ ਸਾਹਿਬ ਕਹਿੰਦੇ। ਇਹਦਾ ਮਤਲਬ ਸਿੱਖ ਦੇ ਪੈਰੀ ਪੈਂਦਾ। ਇੱਕ ਹੋਰ ਗੱਲ, ਅਸੀਂ ਆਪਣਾ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਨੇ, ਤੇ ਮੈਂ ਕਹਿੰਦਾ ਖਾਸ ਕਰਕੇ ਅੰਮ੍ਰਿਤਸਰੀਆਂ ਦਾ ਇੱਕ ਸੁਭਾਅ ਹੈ। ਅਜੇ ਵੀ ਤੁਸੀਂ ਬਾਜ਼ਾਰ ਵਿੱਚੋਂ ਲੰਘੋ ਤੇ ਦਰਬਾਰ ਸਾਹਿਬ ਦੇ ਨੇੜੇ ਵੀ ਸੁਣਨ ਨੂੰ ਮਿਲਦਾ। ਲੰਘਦਾ ਹੋਇਆ ਨੌਜਵਾਨ, ਮੰਨ ਲਓ ਬਜ਼ੁਰਗ ਬੈਠੇ ਨੇ, ਤੇ ਲੰਘਦਾ ਹੋਇਆ ਕਹਿੰਦਾ, ਸ਼ਾਹ ਜੀ ਬਾਪੂ ਜੀ ਪੈਰੀ ਪਵਣਾ ਕਰਨਾ। ਪਹਿਲਾਂ ਇਹ ਸ਼ਬਦ ਵਰਦੇ ਹੁੰਦੇ ਸਨ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੈ ਕਿ ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀ। ਸਤ ਕਰਤਾਰ ਸੀ, ਪੈਰੀ ਪਵਣਾ ਸੀ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ। ਉਹਨਾਂ ਨੇ ਸਾਨੂੰ ਸੰਬੋਧ ਕੀ ਬੋਲਾ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਖਸ਼ੀ। ਮੈਂ ਥੋੜਾ ਜਿਹਾ ਟਾਈਮ ਆਪ ਜੀ ਦਾ ਫਤਿਹ ਬੁਲਾਉਣ ਤੋਂ ਪਹਿਲਾਂ ਲਿਆ। ਮੰਨਣਾ ਨਾ ਮੰਨਣਾ ਇਹ ਬੰਦੇ ਦੀ ਆਪਣੇ ਮਨ ਤੇ ਨਿਰਭਰ ਕਰਦਾ ਹੈ, ਪਰ ਸਚਾਈ ਇਹ ਵੇ ਕਿ ਜੈਕਾਰੇ ਦਾ ਅੱਧਾ ਹਿੱਸਾ ਸੀ ਸੰਬੋਧ ਕੀ ਬੋਲਾ ਬਣਾਈ ਬੈਠੇ। ਹੁਣ ਕਈ ਸੱਜਣ, ਮੈਨੂੰ ਪਤਾ ਹੈ ਦਫ਼ਤਰ ਵਿੱਚ ਵੀ ਇਸ ਤਰ੍ਹਾਂ ਹੁੰਦਾ, ਗੁਰੂ ਫਤਿਹ ਜੀ, ਉਹ ਇਸ ਤਰ੍ਹਾਂ ਹੁੰਦਾ ਨਾ ਜੀ, ਗੁਰੂ ਫਤਿਹ ਜੀ। ਉਹ ਵਿਚਾਰੇ ਥੱਕ ਜਾਂਦੇ ਨੇ, ਸਾਰਾ ਦਿਨ ਵਾਹਿਗੁਰੂ ਜੀ ਖਾਲਸਾ ਬੁਲਾਉਂਦੇ ਹਨ। ਜੀ ਸ਼੍ਰੋਮਣੀ ਕਮੇਟੀ ਦੀ ਇੱਕ ਹੋਰ ਕਿਤਾਬ, ਉਹ ਵੀ ਪੜ੍ਹਿਓ, ਗਿਆਨੀ ਅਰਜਨ ਸਿੰਘ ਉਹਨਾਂ ਦੀ ਲਿਖੀ ਹੈ। ਥਾਈਲੈਂਡ 48 ਸਾਲ ਉਹ ਗ੍ਰੰਥੀ ਰਹੇ ਨੇ ਸਿੰਘ ਸਭਾ। ਉਸ ਵਿੱਚ ਉਹਨਾਂ ਨੇ ਗੱਲ ਕਹੀ, ਕਹਿੰਦੇ ਨੇ ਬਾਬਾ ਸ਼ਾਮ ਸਿੰਘ ਜੀ, ਆਪਾਂ ਆਟਾ ਮੰਡੀ ਵਾਲੇ ਨਾ, ਜਿੱਥੋਂ ਸਵੇਰੇ ਦੇਗ ਆਉਂਦੀ, ਇਹ ਬਾਬਾ ਸ਼ਾਮ ਸਿੰਘ ਜੀ ਦੇ ਕੋਲ ਕੋਈ ਸੱਜਣ ਆਇਆ, ਤੇ ਉਹ ਆ ਕੇ ਬੈਠ ਕੇ ਕੋਲ ਕਹਿੰਦਾ, ਬਾਬਾ ਜੀ ਫਲਾਣੀ ਜਗ੍ਹਾ ਤੇ ਮੈਂ ਗਿਆ ਸਾਂ, ਤੇ ਆਪ ਜੀ ਨੂੰ ਪਿਆਰ ਕਰਨ ਵਾਲੇ ਪ੍ਰੇਮੀ ਮਿਲੇ, ਉਹਨਾਂ ਤੁਹਾਨੂੰ ਫਤਿਹ ਬੁਲਾਈ। ਉਹਨਾਂ ਫਤਿਹ ਕਹੀ, ਸੰਤ ਅੱਗੋਂ ਚੁੱਪ ਕਰ ਗਏ। ਉਹਨੇ ਦੂਜੀ ਵਾਰ ਫਿਰ ਕਿਹਾ, ਜੀ ਫਤਿਹ ਕਹੀ ਸੀ, ਫਿਰ ਨਹੀਂ ਬੋਲੇ। ਤੀਜੀ ਵਾਰ ਉਹ ਕਹਿੰਦਾ, ਮਹਾਰਾਜ ਜੀ ਤੁਸੀਂ ਬੋਲਦੇ ਕਿਉਂ ਨਹੀਂ, ਮੈਂ ਸੁਨੇਹਾ ਦੇਣਾ ਹੈ ਕਿ ਉਹਨੇ ਤੁਹਾਨੂੰ ਫਤਿਹ ਕਹੀ ਸੀ। ਅੱਗੋਂ ਹੱਸ ਕੇ ਕਹਿੰਦੇ ਨੇ, ਗਿਰੀ ਆਪ ਖਾਈ ਜਾਣਾ, ਛਿੱਲੜ ਮੈਨੂੰ ਦੇਈ ਜਾਣਾ। ਇਹ ਪੜ੍ਹਿਓ ਤੁਸੀਂ ਕਿਤਾਬ 'ਚ, ਮੈਂ ਜੋ ਤੁਸੀਂ ਛਾਪਿਆ ਮੈਂ ਉਹਦੇ 'ਚ ਕਹਿ ਰਿਹਾ। ਉਹ ਕਹਿੰਦੇ ਨੇ ਗਿਰੀ ਆਪ ਖਾਨਾ ਪਿਆ, ਛਿੱਲੜ ਮੈਨੂੰ ਦੇਣਾ। ਉਹ ਕਹਿੰਦਾ, ਜੀ ਮੈਂ ਸਮਝਿਆ ਨਹੀਂ। ਕਹਿਣ ਲੱਗੇ, ਵਾਹਿਗੁਰੂ ਕਹਿਣ ਤੋਂ ਬਿਨਾ ਨਾ ਖਾਲਸਾ ਹੁੰਦਾ ਤੇ ਨਾ ਵਾਹਿਗੁਰੂ ਤੋਂ ਬਿਨਾ ਫਤਿਹ ਹੁੰਦੀ ਹੈ। ਵਾਹਿਗੁਰੂ ਗਿਰੀ ਹੈ। ਜਦੋਂ ਅਸੀਂ ਸੰਬੋਧ ਕੀ ਬੋਲਾ ਸਤਿ ਸ਼੍ਰੀ ਅਕਾਲ ਕਹਿੰਦੇ ਹਾਂ,
क्योंकि बीबियां भैणां भी मेरी गल ध्यान च रखियो। ये देखो जिहड़ा सत श्री अकाल है बड़ी वड्डी गल है। आप जी जकारा बुलांदे हो, बोले सो निहाल। जिहड़ा भी बोलेगा वो अपनी जिंदगी च निहाल होवेगा। ते निहाल शब्द जिहड़ा है ये पंजाबी दा नहीं, हुण साडे विच प्रवेश कर चुका है। क्योंकि तुसी जदों पंजाबी नूं ध्यान नाल पढ़ोगे ज़्यादातर पंजाबी तुहानूं पर्शियन मिलेगी, फारसी मिलेगी। हुण निहाल शब्द हिंदी संस्कृत दा नहीं, निहाल शब्द पर्शियन दा, फारसी दा है। इसे तरह मैं कल कहा सी कि साहिब शब्द असीं वरतने, साहिब शब्द भी हिंदी दा थोड़ा है, ये भी फारसी दा है। आप जी कहते हो हुक्मनामा, तो हुक्मनामा शब्द भी फारसी दा है। जदों आप जी कहते हो दीवान लगा है, तो दीवान शब्द भी फारसी दा है। गुरमुखो जदों आप जी कहते हो गुरु साहब का तख्त सजिया है, तो सच्ची मुच्ची तख्त शब्द भी फारसी दा है। बाकी दूर किते जाइए, जेड़ा सिर दे उत्ते दस्तार बनी है, दस्तार भी फारसी दा है। हुण असीं रोज़ाना इन्नी क पर्शियन बोलने आ, सानू पता ही नहीं लगता भी ये पंजाबी है कि फारसी है। हुण एक लफ्ज़ तुसीं वरतदे हो पंजाबी च तू, हुण तू शब्द जिहड़ा ये भी फारसी दा, याद रखियो शब्द है तू। धन गुरु गोबिंद सिंह जी ने जफरनामे विच इसकी बहुत वरतों की है, तू शब्द। मैं सिर्फ बेनती कर लगा, गुरु जी ने सानू दात दिती, जेड़ा भी बोलेगा वो अपनी जिंदगी च निहाल होवेगा। निहाल बहुत उच्ची अवस्था है गुरमुखो, जिमें सहज अवस्था है, परम पद है, निहाल एक उच्ची अवस्था है। ते निहालता गुरु की नदर तो बिना नहीं मिलती। जे कहिए भी असी अपनी मेहनत नाल निहाल हो जाने, जपजी साहब के अखीर विच जिहड़ी पंक्ति है 38वीं पौड़ी दी, जिनको नदर करम तिनकार नानक नदरी नदर निहाल। वेखो निहाल नाल संपूर्णता। एक गुरु रामदास का शब्द आउंदा है जी बाणी च, अंतर कपट चुकावो मेरे गुरसिखो, निकपट कमावो हर की हर काल, निहाल निहाल निहाल। मैं अर्ज करांगा, निहाल एक वो अवस्था है जिथे तन मन आत्म बिल्कुल जिथे तृप्ति हो जाए गुरमुखो, उस अवस्था नूं निहाल कहा जाता। उंज साडे ये भी लफ्ज बड़ा उच्चा साडा वरतिंदा है कि उन्हें भाई साहब ने कीर्तन नाल निहाल किया, उन्हें भाई साहब जी ने कथा नाल निहाल किया, उन्हें तुहाडे बचन सुन के निहाल हो गए। गुरमुखो लफ्ज भावें असीं रोज़ वरतने हाँ, पर ये अर्थ असल च साडे आत्मिक जीवन नाल संबंधित कि जिहड़ा पहुंचा होया। सुनो मेरी बेनती, जिहड़ा भी बोलेगा वो निहाल होवेगा, पर अगे शर्त है की बोले। फिर सुनो, पहला कई थावां ते शब्द जो भी मिलता है, पर जो साडी मर्यादा च है बोले सो निहाल, पर की बोले अगे फिर महाराज जी ने सानू दिता सत श्री अकाल। ਇਹਦਾ मतलब ਜਿਹੜਾ सच्चे परमात्मा ਨੂੰ बोलेगा। श्री का अर्थ है श्रोमणी, ਜਿਹਦੇ ਤੋਂ ਵੱਡਾ कोई नहीं। अकाल का अर्थ है ਜਿਹਦੇ ਉੱਤੇ समय का कोई प्रभाव नहीं। ਜਿਹੜਾ सच एवे सच बोलेगा, सच्चे वैगुरू ਨੂੰ बोलेगा, ਜਿਹੜਾ सब तो श्रोमणी अकाल, ਜਿਹੜਾ मौत तो समय तो रहत है। ਇਹਦਾ ਸਿੱਧਾ ਜਿਹਾ अर्थ ਜਿਹੜਾ वैगुरू जी का सिमरन बोलेगा वो अपनी जिंदगी च निखाल होगा। हुण उस तो बाद गुरु जी ने सानू फतेह दी। चलो समझो मैं फतेह बुलाने तो पहले कथा हो गई अद्धी। महाराज जी ने क्या फतेह दी। असी रहतनामे का बोल सुनाने, आगे आवत सिंह जो पावे वाहिगुरू जी की फतेह बुलावे। हुण ये जिहड़ा शब्द है वाहिगुरू जी का खालसा, दा दी थां ते ना यादा शब्द पुराने समय का वरतिया जांदा सी। कई बार ਜਿਹੜੇ नहीं बुलाते उन्होंने पता ही वाहिगुरू जी का खालसा कही जाते। ईवन के गुरु ग्रंथ साहिब 22 वारां ने, तुसी वारां दे दर्शन करो तुहानूं किसी वार च दी नहीं मिलेगा। असीं कहने बाबा जी आसा दी वार लानी है, पर चेते रखियो बाणी च ज़्यादा शब्द जिहड़े ने वो वार नाल की लगे ने। बसंत की वार महला पंजवां, रामकली की वार राय बलवंड तथा सत्ता डूम आखी, गौड़ी की वार असी माज की वार। इसे तरह की लफ्ज़ जिहड़ा इत्थे पुरानी शब्दावली है वाहिगुरू जी का खालसा, ये सीधे अर्थ ने दो, एक सिमरन ते एक समर्पण।
खालसा जो है वो वाहिगुरु जी का है। इस नूं गुरमुखो फिर मेरी गल ध्यान नाल सुनियो, मैं रिपीट कर लगा, चलो समझो तुसी अज ये भी एक कथा का हिस्सा है। गुरु गोबिंद सिंह महाराज दमदमा साहिब गए, साबो की तलवंडी दमदमा साहिब पहुंचे तो इत्थे भाई डल्ले ने हजूर की बहुत सेवा की। उत्थे एक गल पूछी उन्हें महाराज नूं, दो तीन बेनतियां कीतियां। पहली गल उन्हें पूछी, महाराज सिमरन और नाम विच की फर्क है? इसका जिक्र प्रोफैसर पूरन सिंह हुणी करदे कि नाम ते सिमरन विच की है। अगों सतगुरु उत्तर देंदे आ, प्रोफैसर साहब लिखदे आ, महाराज कहंदे ने कि बाणी ते नाम इक्को ही ने। सुनियो, कहंदे ने नाम बाणी नाम, नाम बाणी नाम, बाणी नाम फिर बाणी, एक सर्कल है। वो कहने लगे हजूर ने क्या बाणी रब दा तीर है, जदों कोई टिक्के बाणी पढ़दा है ओदे धुर अंदर सच एवे वाहिगुरू दा अनियाला तीर राह बना दिंदा है। ते बाणी जदों राह बनांदी है ते सचमुच नाम जिहड़ा है वो अंदर प्रवेश करके आत्मा नूं परमात्मा विच अभेद कर दिंदा। ये वख नहीं। उन्हें अगला सवाल किया, जी मैनूं ये दसो कि वाहिगुरू जी के खालसा का की अर्थ है, क्योंकि इस दो चीज़ां ने, एक सिमरन ते एक समर्पण है। हुण मैनूं तुहानूं कोई पुछे, असीं सीधे पंजाबी च ही अर्थ करांगे भी वाहिगुरू जी का खालसा दा अर्थ है खालसा वाहिगुरू दा। हाँ, उत्थे महाराज जी ने बड़ी प्यारी गल कही, कहन लगे डलिया वाहिगुरू जी का खालसा दे अर्थ ये नहीं कि जिमें तेरी अपने आ किले ने, तेरी अपनी हवेली है, तेरिया मझां ने, तेरिया गावां ने, तेरे खेत ने। महाराज मैं समझिया नहीं। हजूर कहने जे किसी नूं कोई पुछे तो कहणगे ये हवेली डल्ले दी, ये हाथी घोड़े डल्ले दे, ये जमीन डल्ले दी। महाराज कहने खालसा इस तरह नहीं वाहिगुरू जी का, क्योंकि डलिया कल नूं ये शरीर चला जाए, डल्ले दा शरीर चला जाए, पर हवेली दी खोंद नहीं मुकनी, इन्हें फिर भी कायम रहना। सुनियो, है तो वह भी डल्ले दी, कल नूं डल्ले ने चले जाना है, पर जमीन ने एदे जान तो बाद भी कोई मुताजी नहीं, जमीन फिर भी रहेगी, हाथी घोड़े फिर भी रहणगे। फिर सुनियो, वो कहंदे ने ये इस तरह खालसा नहीं कि जिवें साडियां अज दे परिपेख च कोई साडी गड्डी, साडा घर, साडी जमीन जायदाद नहीं। प्यारिओ, महाराज कहंदे ने वाहिगुरू जी का खालसा इस तरह है जिवें सूरज और सूरज दी किरण। इस लफ्ज नूं डूंगे नूं मैं रिपीट करांगा, फिर मेरी ध्यान नाल गल सुनियो। हुण ये शब्द कहना मेरी जमीन, मैं जमीन दा मालक, पर साडी अपनी बाहर मुखी की गोए मेरी जमीन, पर जमीन नूं कोई परवाह नहीं। वो कहंदी तू मर भी जाएगा मैनू तेरी कोई परवाह नहीं, तेरे मरण तो बाद मेरा मालिक कोई होर हो जाएगा। हुण जमीन इस तरह नहीं, कोई चीज जिवें साडी है नहीं। प्यारिओ, सूरज ते सूरज दी किरण, क्योंकि किरण दी खोंद ही सूरज करके है। जे सूरज है तो किरण है, जे सूरज नहीं तो किरण नहीं। सच है वाहिगुरू जी का खालसा इस तरह जिवें सूरज ते सूरज दी किरण, वाहिगुरू है तो खालसा है, जे वाहिगुरू कोई नहीं तो खालसे दी खोंद की। दूजी गल फिर महाराज कहंदे ने वाहिगुरू जी का खालसा इस तरह है जिवें आड़ दा पानी ते चश्मे दा पानी। ध्यान नाल सुनियो, चश्मे चो पानी निकल के आड़ च आउंदा है। आड़ आप समझ गए ना? आ जी सीधी जी गल, खाल साडे कहंदे हुंदे सन, वो खाल च पानी आ रहा। हुण खाल दी पानी दी खोंद अपनी कोई नहीं, खाल दा पानी चश्मे करके वे, ट्यूबल करके वे, खूह करके वे। कहन लगे बस इस तरह खालसा ही जिवें चश्मा ते चश्मे चो निकलदा पानी, जे चश्मा है ते पानी है, जे चश्मा कोई नहीं तो पानी कोई है। तो यह भी चीज इस तरह ना कि जिवें सूरज ते सूरज दी किरण, जिवें गुरमुखो चश्मा ते चश्मे दा पानी। तीसरी मैं बेनती करा कि जिवें रुख ते रुख दा पत्ता, जे रुख है तो पत्ता है, जे रुख नहीं तो प्यारे पत्ता की है। मैं तां बेनती की खालसा जी, ये जदों फतेह बुलानी है, इनू कोई बंदा फिरका प्रस्ती च अर्थ ना करे। ये सीधे अर्थ ने कि खालसा वाहिगुरू जी का है। ते गुरमुखो जदों वाहिगुरू कहने सिमरन हुंदा है
जदों खालसा कहने उदों समर्पण हुंदा है, वाहिगुरू जी का खालसा है ते नाल वाहिगुरू जी की फतेह है। इस करके मैं मिनट काफ़ी ज़्यादा ला दिते इस गल ते इस करके भी सिख घट्टो घट आपस मिल ते फतेह बुलाओ, इस करके मैं जोर लाया इन्ना। आप जितने हजूर की हाजरी विच बैठे हो, कोई रसना विरवी वांझी ना रहे, असीस बख्शो। आप जी उच्ची आवाज विच इन्नी कथा सिर्फ फतेह ते हुई है। आप उच्ची आवाज विच असीस बख्शते हुए गुरु बख्शी फतेह गज के बुलाओ जी, वाहिगुरु जी का खालसा वाहिगुरु जी की फतेह। सतगुरु गुरु रामदास जी महाराज हजूर दे पावन पवित्र पुरब नूं समर्पित आप जी इस विशेष गुरमत समागम की हाजरी भर रहे हो। साडे कोल जिथे गुरु रामदास जी की तवारीख हिस्टरी इतिहास है, उत्थे साडे कोल गुरु ग्रंथ साहिब विच 30 रागां दे विच धन गुरु रामदास की उचारण कीती कोई बाणी है। फिर अर्ज कुछ बाणी गुरु रामदास की है कि जिस ऊपर राग की कोई बंदिश नहीं। आपनू पता होना श्लोक 12 ते वधीक विच रत्ते सही जे मुख ना मड़न पंजवें पातशाह के श्लोकां तो पहला धन गुरु रामदास के श्लोक होंदे आ, जिहड़ी असी रोज़ बाणी पढ़ने, क्योंकि गुरु रामदास बाणी ते बहुत जोर देंदे। देखो जिवें आ एक पाठ सब नूं चेते वे, बाणी गुरु गुरु है बाणी, ये शब्द भी गुरु रामदास का है। ये गुरु रामदास के शब्द तुका ने। बाणी गुरु है, गुरु बाणी है, विच बाणी अमृत सारे। थोड़े जे अर्थ दे आपां कर लेंगे। एक तां अर्थ दे कीते गए सारे दा अर्थ है सारी बाणी च ना रब दा अमृत नाम फैलिया होया है, ये भरपूर है। एक एक शब्द बाणी अमृत नाल भरपूर है। विच बाणी अमृत सारे। एक गुरमुखा ने अर्थ कीते आ कि बाणी विच नाम अमृत है, ते जेड़ा उस बाणी विच पए कोई नाम अमृत नूं हिरदे विच संभालेगा। सारे दा अर्थ एक तां मुकम्मल है कि सारी बाणी च नाम अमृत फैलिया है। दूजी सारे दा अर्थ संभाले कि जेड़ा बंदा गुरबाणी विच पए कोई नाम अमृत नूं हिरदे विच संभालदा है, ते अगली गल संभाले किवें, ओदा उत्तर हजूर दिंदे आ बाणी गुरु गुरु है बाणी, विच बाणी अमृत सारे। किवें सारे जी? गुर बाणी कहे। इत्थे पाठ कट्ठा गुरबाणी नहीं। अक्सर कई बारी कई सज्जन ये उंज ये नहीं कि मैं तुहानूं कोई शुद्ध उचारण सिखाण आया। मैं परसों भी कथा शुरुआत किया सी, गुरमुखो एक गल याद रखो, जिंदगी विच सिखण दी जगियासा रखो। जिन्नी मर्जी रुतबा होवे उच्चा, जिन्नी मर्जी पदवी होवे, जिथे आपां भुलदे होईए सानू कदी भी पुछण तो गुरेज नहीं करना चाहिए, क्योंकि साडे अंदर दी ईगो बन जाए मैं तो इन्नी कथा करना, मैं तो इन्नी समझ रखना, मैं तो इन्नियां किताबां पढ़ियां। नहीं प्यारिओ, ज्ञान का कोई थां नहीं पा सकदा, क्योंकि ज्ञान असगाह है। हुण इत्थे जिहड़ा शब्द है बाणी गुरु गुरु है बाणी, विच बाणी अमृत सारे। जेड़ा गुरबाणी विच पए कोई नाम अमृत की संभाल करदा। किवें संभाल करदा? गुर बाणी कहे, गुरु अपनी रसना तो बाणी आखदे ने। गुरमुखो सुनियो, थोड़ा जा टिका बनायो आप जी। गुर बाणी कहे ते सारे किवें किवें संभाले? अगे महाराज कहने सेवक जन माने, यह है संभालना। जो गुरु बाणी कहता है, सेवक अपनी जिंदगी विच ओनू शब्द नू कमाल है। महाराज कहने फिर की होवेगा? प्रतख गुरु निस्तार है, प्रमाण की लोड़ नहीं, ओनू पुछण की लोड़ नहीं। जेड़ा गुरु दे बचन नू मनेगा, सच एवे सतगुरु ओनू प्रतख भव सागर तो पार कर दे। हुण थोड़े जे मैं जेड़े बचन तुसी रोज पढ़दे हो ना नितनेम च, मैं वो 2-3 गल्लां अपना सांझियां करनियां। एक तां गुरु रामदास जी की बाणी जिहड़ी है गुरु ग्रंथ साहिब विच सब तो पहला आउंदी है रह रास दे पाठ विच। याद रखियो 30 रागां च महाराज की बाणी है जी। 30 रागां च 19 रागां च गुरु नानक साहिब दी ते गुरु अंगद साहिब दे 63 श्लोक ने, ते
ਤੇ ਗੁਰੂ ਅਮਰਦਾਸ ਦੀ ਬਾਣੀ 17 ਰਾਗਾਂ ਚ ਗਏ। ਇਹ ਪਹਿਲੀ ਵਾਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਨੇ 19 ਰਾਗ ਬਾਬੇ ਨਾਨਕ ਵਾਲੇ ਵਰਤੇ ਤੇ 11 ਰਾਗ ਆਪਣੇ ਕੋਲੋਂ ਲੈ ਕੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ, ਕਿਉਂਕਿ ਮੰਨਣੀ ਤਾਂ ਆਪਾਂ ਬਾਣੀ ਹੈ ਨਾ। ਹੁਣ ਉਹਨਾਂ ਦੇ ਕੋਈ ਸ਼ਬਦ ਆਉਂਦੇ ਨੇ ਰਹਿ ਰਾਸ ਵਿੱਚ, ਜਿਵੇਂ ਤੁਸੀਂ ਪਾਠ ਕਰਦੇ ਹੋ, ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਾਮਦਾਸ ਦਾ ਸ਼ਬਦ ਹੈ, ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ। ਪਹਿਲਾ ਸ਼ਬਦ ਉਹਨਾਂ ਦਾ ਏਕ ਹੈ। ਉਸ ਤੋਂ ਬਾਅਦ ਉਹਨਾਂ ਦਾ ਦੂਸਰਾ ਸ਼ਬਦ ਆਉਂਦਾ ਜੀ ਸੋ ਪੁਰਖ, ਰਾਗ ਆਸਾ ਮਹੱਲਾ ਚੌਥਾ ਪੜ੍ਹਨਾ ਸੋ ਪੁਰਖ। ਤੀਸਰਾ ਸ਼ਬਦ ਉਹਨਾਂ ਦਾ ਆਉਂਦਾ ਤੂੰ ਕਰਤਾ ਸਚਿਆਰ ਮੈਡਾ ਸਾਈਂ। ਇਹ ਅਸੀਂ ਰਹਿ ਰਾਸ ਵਿੱਚ ਗੁਰੂ ਰਾਮਦਾਸ ਦੇ ਬਚਨ ਪੜ੍ਹਨੇ। ਉਸ ਤੋਂ ਬਾਅਦ ਜਿਹੜੀ ਅਗਲੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਸੌਣ ਲੱਗਿਆਂ ਪਾਠ ਕਰਨੇ ਆ, ਉਹ ਹੈ ਸੋਹਿਲਾ ਸਾਹਿਬ, ਜਿਹਨੂੰ ਅਕਸਰ ਸਾਡੇ ਸੱਜਣ ਕੀਰਤਨ ਸੋਹਿਲਾ ਕਹਿੰਦੇ। ਭਾਈ ਗੁਰਦਾਸ ਸਾਹਿਬ ਨੇ ਕੀਰਤ ਸੋਹਿਲਾ ਸ਼ਬਦ ਵਰਤਿਆ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਤਤਕਰਾ ਹੈ ਉਹ ਸੋਹਿਲਾ। ਉਂਝ ਬਾਣੀ ਦਾ ਸਰਲੇਖ ਵੀ ਇਹ ਵੇ ਕਿ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਗੁਰਮੁਖੋ, ਸੋਹਿਲਾ ਸਾਹਿਬ ਦੀ ਬਾਣੀ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਸ਼ਬਦ ਹੈ। 5 ਸ਼ਬਦ ਨੇ ਸਾਰੇ ਸੋਹਿਲਾ ਸਾਹਿਬ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। 3 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ। ਇੱਕ ਤਾਂ ਸ਼ੁਰੂ ਤੋਂ ਪੜ੍ਹਦੇ ਹੋ, ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਦੂਸਰਾ ਸ਼ਬਦ ਆਉਂਦਾ ਹੈ 6 ਘਰ 6 ਗੁਰ 6 ਉਪਦੇਸ਼, ਇਹ ਵੀ ਗੁਰੂ ਨਾਨਕ ਸਾਹਿਬ ਦਾ। ਤੀਸਰਾ ਸ਼ਬਦ ਆਉਂਦਾ ਹੈ ਕਿ ਤਨਾਸਰੀ ਵਾਹਿਗੁਰੂ ਗੁਰੂ ਸਾਹਿਬ ਜੀ ਦਾ, ਜਿਹੜੇ ਆਰਤੀ ਦਾ ਜ਼ਿਕਰ ਮਹਾਰਾਜ ਕਰਦੇ ਪਏ। ਇਹ ਪਹਿਲੇ 3 ਸ਼ਬਦ ਜਿਹੜੇ ਨੇ ਕਿ ਇਹ ਗੁਰੂ ਨਾਨਕ ਸਾਹਿਬ ਦੇ ਨੇ। ਚੌਥਾ ਸ਼ਬਦ ਗੁਰੂ ਰਾਮਦਾਸ ਦਾ ਸੋਹਿਲਾ ਸਾਹਿਬ ਵਿੱਚ। ਇਹਦੀਆਂ ਤੁਕਾਂ ਆਪਾਂ ਲੈਣੀਆਂ ਨੇ ਸਿਰਫ 4, ਕਿਉਂਕਿ ਅਸੀਂ ਮਹਾਰਾਜ ਦੇ ਚਰਨਾਂ 'ਚੋਂ ਸਿੱਖੀ ਕਮਾਉਣ ਵਾਸਤੇ ਬੇਨਤੀ ਕਰਨੀ ਹੈ। ਸਾਡਾ ਸਰੀਰ ਮਹਾਰਾਜ ਜੀ ਬਚਨ ਕਰਦੇ ਜਿੱਥੇ 5 ਤੱਤਾਂ ਦਾ ਹੈ, ਜਿਹਦੇ ਇਹ ਵਿੱਚ 5 ਗਿਆਨ ਇੰਦਰੇ 5 ਕਰਮ ਇੰਦਰੇ ਨੇ, ਮਨ ਬੁੱਧ ਚੇਤੇ ਹੰਕਾਰ ਅੰਤःਕਰਨ ਹੈ। ਇੱਥੇ ਜ਼ਿਆਦਾਤਰ ਬੰਦੇ ਦੀ ਬਾਡੀ ਉੱਤੇ ਨਾ 2 ਵਾਸ਼ਨਾਵਾਂ ਦਾ ਬਹੁਤ ਅਸਰ ਰਹਿੰਦਾ। ਇਹ ਉਹ ਸੱਚ ਹੈ ਜਿਹਨੂੰ ਅਸੀਂ ਸਟੇਜ ਤੇ ਬੋਲਣ ਤੋਂ ਗੁਰੇਜ਼ ਕਰਨੇ ਆ। ਸਭ ਤੋਂ ਜ਼ਿਆਦਾ ਬੰਦੇ ਦੇ ਸਰੀਰ ਉੱਤੇ ਕਾਮ ਦੀ ਵਾਸ਼ਨਾ ਪ੍ਰਭਾਵ ਪਾਉਂਦੀ। ਮੈਂ ਤਾਂ ਕਿਹਾ ਵੀ ਬੋਲਣ ਤੋਂ ਸੰਕੋਚ ਕਰਨੇ ਆ ਵੀ ਨਹੀਂ, ਤੇ ਇਸ ਬਾਰੇ ਗੁਰੂ ਗ੍ਰੰਥ ਸਾਹਿਬ ਖੁੱਲ ਕੇ ਬੋਲਿਆ। ਪਰ ਜੇ ਤੁਸੀਂ ਖੁੱਲ ਕੇ ਕਥਾ ਕਰੋ, ਸਮਾਜ ਇਹਨੂੰ ਇੰਨਾ ਸੁਣਨ ਨੂੰ ਤਿਆਰ ਨਹੀਂ। ਇਹ ਜੇ ਕਹੋ ਜੀ ਬੜੇ ਸੁੱਚੇ ਸੱਚੇ ਨੇ ਸਾਰੇ, ਇਸ ਭੁਲੇਖੇ ਚੋਂ ਨਿਕਲ ਜਾਈਏ, ਕਿਉਂਕਿ ਬਾਹਰ ਦਾ ਪਾਇਆ ਹੋਇਆ ਜਿਹੜਾ ਲਿਬਾਸ ਹੈ ਉਹ ਕਹਿੰਦਾ ਨਹੀਂ ਇਹ ਅਸ਼ਲੀਲ ਬਾਤ ਹੈ। ਉਹ ਵੇਖੋ ਸਿੱਖੋ, ਜਿੱਥੋਂ ਬੰਦਾ ਜਿਸ ਕਰਕੇ ਦਾ ਢਾਂਚਾ ਬਣਿਆ ਹੈ, ਜਿੱਥੋਂ ਇਹਦੀ ਸ਼ੁਰੂਆਤ ਹੋਈ, ਉਹਨੂੰ ਜ਼ਿੰਦਗੀ 'ਚ ਤੁਸੀਂ ਕਦੀ ਮਨਫ ਹੀ ਨਹੀਂ ਕਰ ਸਕਦੇ। ਮੈਂ ਇੱਕ ਬੇਨਤੀ ਕਰਾਂਗਾ, ਗੁਰੂ ਰਾਮਦਾਸ ਕਹਿੰਦੇ 2 ਚੀਜ਼ਾਂ ਨਾਲ ਇਹ ਤਨ ਭਰਿਆ ਪਿਆ ਹੈ, ਇੱਕ ਕਾਮ ਦੀ ਵਾਸ਼ਨਾ ਤੇ ਦੂਸਰੀ ਕ੍ਰੋਧ ਦੀ ਵਾਸ਼ਨਾ। ਤੁਸੀਂ ਆ ਪਾਠ ਰੋਜ਼ ਕਰਦੇ ਹੋ, ਕਾਮ ਕ੍ਰੋਧ ਨਗਰ ਬਹੁ ਭਰਿਆ। ਹੁਣ ਇਹਨੇ ਅਰਥ ਅੱਗੇ ਮੈਂ ਫਿਰ ਬੇਨਤੀ ਕਰਾਂਗਾ, ਇਹ ਕਿਤੇ ਖਹਿੜਾ ਛੁੱਟ ਸਕਦਾ ਇਹਨਾਂ ਤੋਂ? ਇਹਦਾ ਉੱਤਰ ਵੀ ਗੁਰੂ ਰਾਮਦਾਸ ਦਿੰਦੇ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਅਰਥ ਪਿਆ ਇਹ 'ਚ ਕਾਮ ਦੇ ਕ੍ਰੋਧ ਦੇ ਫੁਰਨੇ ਅੱਤ ਦੇ ਚੱਲਦੇ ਪਏ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਅੱਗੇ ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਖਰ ਲਿਵ ਮੰਡਲ ਮੰਡਾ ਹੈ। ਕਿਉਂਕਿ ਮੇਰੇ ਮਾਨਸੀ ਵੀ ਇਹ ਰਾਤ ਨੂੰ ਸੌਣ ਲੱਗਿਆ ਪਾਠ ਰੋਜ਼ ਕਰ ਰਹੇ, ਤੇ ਸਮੱਸਿਆ ਸਭ ਨੂੰ ਇਹ ਇੱਥੋਂ ਤੱਕ ਕਿ ਜਦੋਂ ਬੰਦੇ ਦੀ ਬਾਡੀ ਦੀ એનર્ਜੀ ਸ਼ਕਤੀ ਵੀ ਖੀਣ ਹੋ ਜਾਏ, ਇਹਦੇ ਅੰਦਰ ਵਾਸ਼ਨਾ ਦੇ ਫੁਰਨੇ ਮੰਜੇ ਤੇ ਪਏ ਹੋਏ ਵੀ ਇਹਨੂੰ ਟਿਕਣ ਨਹੀਂ ਦਿੰਦੇ। ਮੰਨ ਲਓ ਇਹਦੀ ਬਾਡੀ ਹਰਕਤ ਨਹੀਂ ਕਰ ਰਹੀ, ਇੰਦਰੀਆਂ ਥੱਕ ਚੁੱਕੀਆਂ ਨੇ, ਪਰ ਗੁਰੂ ਗ੍ਰੰਥ ਸਾਹਿਬ ਦਾ ਇੱਕ ਬਚਨ ਹੁੰਦਾ, ਪੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਤਾਲ ਕੀ ਬਾਣੀ। ਇਸ ਦੇ ਅਰਥ ਥੋੜੇ ਧਿਆਨ ਨਾਲ ਸੁਣਿਓ। ਪੁੰਡਰ ਕੇਸ ਕੁਸਮ ਤੇ ਧੌਲੇ, ਜਿਵੇਂ ਤੁਸੀਂ ਦੇਖਦੇ ਹੋ ਕਿ ਕਮਲ ਦਾ ਫੁੱਲ ਚਿੱਟਾ ਹੈ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆ ਬੰਦੇ ਦੇ ਦਾੜੇ ਦੇ ਸਿਰ ਦੇ ਕੇਸ ਕਮਲ ਦੇ ਫੁੱਲ ਦੀ ਤਰ੍ਹਾਂ ਚਿੱਟੇ ਹੋ ਗਏ। ਸਿੱਧੀ ਗੱਲ, ਬੁਢੇਪਾ ਆ ਗਿਆ। ਪੁੰਡਰ ਕੇਸ ਕੁਸਮ ਤੇ ਧੌਲੇ, ਧੌਲੇ ਚਿੱਟੇ ਹੋ ਗਏ।
ਸਪਤ ਪਤਾਲ ਕੀ ਬਾਣੀ, ਤੇ ਜਦੋਂ ਬੋਲਦਾ ਹੈ ਇਹ ਆਵਾਜ਼ ਨਿਕਲਦੀ ਕੋਈ ਨਹੀਂ, ਇੰਜ ਲੱਗਦਾ ਜਿਵੇਂ ਸੱਤਵੇਂ ਪਤਾਲ ਵਿੱਚੋਂ ਕਿਤੇ ਆਵਾਜ਼ ਨਿਕਲਦੀ, ਕਿਉਂਕਿ ਆਵਾਜ਼ ਗਲੇ ਚੋਂ ਸ਼ੁੱਧ ਨਹੀਂ ਨਿਕਲਦੀ, ਸੁਣ ਨਹੀਂ ਰਹੀ। ਤੇ ਮਹਾਰਾਜ ਕਹਿੰਦੇ ਨੇ ਅੱਖਾਂ ਚੋਂ ਪਾਣੀ ਵਗਦਾ, ਜੋਤ ਘਟ ਗਈ, ਹਾਂ ਗੋਡੇ ਸਰੀਰ ਇਹ ਸਾਰਾ ਨਿਢਾਲ ਹੋ ਗਿਆ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਬੰਦੇ ਨੂੰ ਮੰਜੇ ਤੇ ਬੈਠਿਆ ਉਹਦੀ ਅੰਦਰ ਦੇ ਫੁਰਨੇ ਨੂੰ ਕੋਈ ਦੇਖਣ ਵਾਲੀ ਮਸ਼ੀਨ ਹੋਵੇ, ਸਭ ਕੁਝ ਜਵਾਬ ਦੇ ਗਿਆ, ਪਰ ਅੰਦਰ ਕਾਮ ਦੇ ਵਾਸ਼ਨਾ ਦੇ ਫੁਰਨੇ ਜਿਹੜੇ ਭੋਗੇ ਨੇ ਉਹੀ ਮਧਾਣੀ ਪਾ ਕੇ ਬੈਠੇ, ਕਿਉਂਕਿ ਫੁਰਨੇ ਨੂੰ ਟਿਕਣ ਨਹੀਂ ਦਿੰਦੇ। ਮੇਰੀ ਹੱਥ ਜੋੜ ਕੇ ਬੇਨਤੀ ਗੁਰਮਖੋ, ਇਹਨੂੰ ਪ੍ਰੈਕਟੀਕਲ ਤੌਰ ਤੇ ਬਜ਼ੁਰਗੀ ਦਾ ਅਰਥ ਕੇਸ ਚਿੱਟੇ ਹੋਣੇ ਨਹੀਂ, ਬਜ਼ੁਰਗੀ ਦਾ ਅਰਥ ਹੈ ਕਿ ਵੱਡੇ ਅੰਦਰੋਂ ਸੁਰਤ ਉੱਚੀ ਹੋ ਜਾਣੀ। ਹਾਲਾਂਕਿ ਬਜ਼ੁਰਗ ਲਫ਼ਜ਼ ਵੀ ਪਰਸ਼ੀਅਨ ਦਾ ਹੈ, ਮੈਂ ਆਪ ਨੂੰ ਬੇਨਤੀ ਕੀਤੀ ਇਹ ਵੀ ਫਾਰਸੀ ਵਿੱਚੋਂ ਹੁੰਦਾ ਹੈ। ਅਸੀਂ ਬਜ਼ੁਰਗ ਸ਼ਬਦ ਵਰਤਨੇ, ਬਜ਼ੁਰਗ ਕੇਵਲ ਕੇਸ ਚਿੱਟੇ ਦਾ ਨਾਮ ਨਹੀਂ। ਇੱਕ ਸਾਡੇ ਇਹ ਫਾਰਸੀ ਵਿੱਚ 2 ਸਤਰਾਂ ਨੇ ਸ਼ੇਖ ਸਾਦੀ ਦੀਆਂ, ਬਜ਼ੁਰਗ ਜਿਹੜੇ ਜਾਣਦੇ ਉਹਨੂੰ ਪਤਾ ਹੋਣਾ ਪਰਸ਼ੀਅਨ ਪੜ੍ਹਨ ਵਾਲਿਆਂ ਨੂੰ। ਬਜ਼ੁਰਗੀ ਬਾ ਅਕਲ ਨਾ ਬਾ ਸਾਲ, ਫਿਰ ਸੁਣਿਓ, ਬਜ਼ੁਰਗੀ ਬੁਢੇਪਾ ਜਾਂ ਵੱਡੇ ਹੋਣ ਦਾ ਸੰਬੰਧ ਉਮਰ ਨਾਲ ਨਹੀਂ। ਬਜ਼ੁਰਗੀ ਬਾ ਅਕਲ ਦਾ ਅਰਥ ਹੈ ਅਕਲ ਸਮੇਤ। ਜਿਸ ਬੰਦੇ ਦੇ ਕੋਲ ਅਕਲ ਹੈ, ਰੂਹਾਨੀਅਤ ਹੈ, ਸਹੀ ਅਰਥਾਂ ਵਿੱਚ ਉਹ ਬਜ਼ੁਰਗ ਹੈ। ਨਾ ਬਾ ਸਾਲ, ਇਹ ਸਾਲ ਸ਼ਬਦ ਵੀ ਇਹ ਵੀ ਫਾਰਸੀ ਦਾ ਹੈ, ਸਾਲ ਜਿਹਨੂੰ ਕਹਿੰਦੇ ਆ ਵਰਾ। ਬਾ ਸਾਲ ਦਾ ਅਰਥ ਹੈ ਸਾਲਾਂ ਸਮੇਤ। ਇਹਦਾ ਅਰਥ ਹੋ ਗਿਆ ਬਜ਼ੁਰਗੀ ਦਾ ਅਰਥ ਇਹ ਨਹੀਂ ਕਿ 80 ਸਾਲ ਦਾ 90 ਸਾਲ ਦਾ ਬਜ਼ੁਰਗ ਦਰਅਸਲ ਹੋਵੇ ਜਿਹਨੂੰ ਰੱਬ ਨੇ ਅਕਲ ਦੇ ਦਿੱਤੀ। ਪਿਛਲੇ ਦਿਨ ਮੈਂ ਕਿਹਾ ਤੁਸੀਂ ਸਾਰੇ ਧੰਨ ਬਾਬਾ ਬੁੱਢਾ ਸਾਹਿਬ ਕਹਿੰਦੇ, ਤੁਹਾਡੇ ਇਸ ਇਲਾਕੇ ਵਿੱਚ ਮੈਂ ਕਈ ਵਾਰੀ ਸੋਚਣਾ ਕੱਥੂ ਨੰਗਲ ਜਾਈਏ, ਰਮਦਾਸ ਜਾਈਏ, ਬੀੜ ਸਾਹਿਬ ਜਾਓ, ਧੰਨ ਧੰਨ ਬਾਬਾ ਬੁੱਢਾ ਸਾਹਿਬ ਕਹਿੰਦੇ ਹੋ ਨਾ। ਤੇ ਇਹ ਪਦਵੀ ਬਾਬਾ ਜੀ ਨੂੰ 12 ਸਾਲ ਦੀ ਉਮਰ ਚ ਗੁਰੂ ਨਾਨਕ ਸਾਹਿਬ ਨੇ ਦਿੱਤੀ। 125 ਸਾਲ 1 ਮਹੀਨਾ ਤੇ 4 ਦਿਨ ਬਾਬਾ ਜੀ ਸਰੀਰ ਵਿੱਚ ਰਹੇ, ਜੋ ਸਾਡੇ ਕੋਲ ਇਤਿਹਾਸ ਹੈ। 125 ਸਾਲ 1 ਮਹੀਨਾ ਤੇ 4 ਦਿਨ। 125 ਸਾਲਾਂ ਵਿੱਚੋਂ 113 ਸਾਲ ਧੰਨ ਬਾਬਾ ਬੁੱਢਾ ਸਾਹਿਬ ਨੇ ਸਿੱਖੀ ਕਮਾਈ। 113 ਸਾਲ ਥੋੜੇ ਨਹੀਂ ਹੁੰਦੇ ਸੱਚੀ। ਜੇ ਇੱਥੇ ਬੰਦਾ 13 ਦਿਨ ਕਿਤੇ ਕੰਮ ਕਰ ਲੈ, ਟੋਕਰੀ ਢੋਲੇ, ਬਸ ਕਰਾ ਦਿੰਦਾ ਸਿੱਖਾਂ, ਮੈਂ ਆਹ ਕੁਝ ਕੀਤਾ, ਮੈਂ ਆਹ ਕੀਤਾ, ਤੁਸੀਂ ਮੇਰੀ ਕਦ ਕੀਤੀ। 113 ਸਾਲ ਸਿੱਖੀ ਕਮਾਈ। 5 ਪਾਤਸ਼ਾਹਾਂ ਨੂੰ ਹੱਥੀ ਗੁਰਿਆਈ ਦਾ ਤਿਲਕ ਦਿੱਤਾ। 6 ਪਾਤਸ਼ਾਹਾਂ ਨੂੰ ਗੁਰਤਾ ਗੱਦੀ ਤੇ ਦਰਸ਼ਨ ਕੀਤੇ, ਗੁਰੂ ਨਾਨਕ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਤੱਕ। ਗੁਰਮਖੋ, ਗੁਰੂ ਹਰਗੋਬਿੰਦ ਸਾਹਿਬ, ਚਲੋ ਆਪ ਛਾਟੇ ਬੈਠੇ ਹੋ, ਇੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਹੋਇਆ ਨਾ ਜੀ, ਹੁਣ ਤਾਂ ਮਿਲ ਗਿਆ ਸਭ ਕੁਝ ਵਿੱਚ। ਗੁਰਮਖੋ, ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਹੋਇਆ ਤੇ ਬਾਬਾ ਜੀ ਖਬਰ ਸੁਣ ਕੇ ਇੱਥੇ ਆਏ ਸਨ। 6 ਹਲਟਾ ਤਾਂ ਮਹਾਰਾਜ ਨੇ ਬਾਅਦ ਵਿੱਚ ਲਵਾਇਆ ਨਾ, ਮਹਾਰਾਜ ਨੇ ਆਪਣੇ ਬੇਟੇ ਦੀ ਖੁਸ਼ੀ 'ਚ। ਇੱਥੇ ਬਾਬਾ ਬੁੱਢਾ ਸਾਹਿਬ ਆਏ ਤੇ ਗੁਰਮਖੋ ਇੱਥੇ ਦਰਸ਼ਨ ਕੀਤੇ ਤੇ ਨਾਮ ਵੀ ਗੁਰੂ ਹਰਗੋਬਿੰਦ ਬਾਬਾ ਬੁੱਢਾ ਜੀ ਨੇ ਰੱਖਿਆ। ਸ਼ਾਇਦ ਆਪ ਜੀ ਨੂੰ ਜਾਣਕਾਰੀ ਹੋਵੇ, ਨਾਮ ਵੀ ਬਾਬਾ ਬੁੱਢਾ ਜੀ ਨੇ ਰੱਖਿਆ। ਤੇ ਜਿਸ ਵਕਤ ਪੜ੍ਹਾਈ ਦੀ ਗੱਲ ਚੱਲੀ ਤੇ ਉਸ ਵਕਤ ਗੁਰੂ ਅਰਜਨ ਦੇਵ ਨੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਕਿ ਮੇਰੇ ਬੇਟੇ ਨੂੰ ਤਾਲੀਮ ਤੁਸੀਂ ਦੇਣੀ ਹੈ। ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਦੀ ਕਿਤਾਬ ਹੈ, ਸ਼ਾਇਦ ਮੇਰਾ ਖਿਆਲ ਅੱਜ ਕੱਲ ਮਿਲੇ ਕਿ ਨਾ, ਬੰਦੀ ਛੋੜ ਦਾਤਾ। ਉਸ ਵਿੱਚ ਉਹ ਲਿਖਦੇ ਆ ਕਿ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਜੀ ਤੁਸੀਂ ਪੜ੍ਹਾਣਾ ਹੈ, ਇੰਨੀ ਨਿਮਰਤਾ ਦੇ ਪੁੰਜ ਚਰਨ ਪਕੜ ਕੇ ਗੁਰੂ ਅਰਜਨ ਦੇਵ ਦੇ ਕਹਿੰਦੇ ਆ, ਮਹਾਰਾਜ ਮੈਂ ਤਾਂ ਤੇਰਾ ਮੱਝਾਂ ਗਾਵਾਂ ਚਾਰਨ ਵਾਲਾ ਸਿੱਖ ਹਾਂ, ਹਲ ਵਾਹਣ ਵਾਲਾ ਵਾਂ, ਕਿਉਂਕਿ ਬੀੜ ਸਾਹਿਬ ਤੋਂ ਸਭ ਕੁਝ ਬਾਬਾ ਜੀ ਕਰਦੇ ਸਨ, ਮੈਂ ਕੀ ਪੜ੍ਹਾ ਸਕਣਾ। ਗੁਰੂ ਅਰਜਨ ਦੇਵ ਕਹਿੰਦੇ ਆ, ਬਾਬਾ ਜੀ ਮੇਰੇ ਬੇਟੇ ਨੂੰ ਉਹ ਕੁਝ ਪੜ੍ਹਾ ਦਿਓ ਜੋ ਕੁਝ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਨੇ ਤੁਹਾਨੂੰ ਪੜ੍ਹਾਇਆ ਸੀ। ਬਾਬਾ ਬੁੱਢਾ ਸਾਹਿਬ ਨੇ ਅਗਲੀ ਗੱਲ ਹੋਰ, ਇਹ 8 ਪਾਤਸ਼ਾਹਾਂ ਦੇ ਦਰਸ਼ਨ ਕੀਤੇ ਬਾਬਾ ਜੀ ਨੇ। ਬਾਬਾ ਜੀ 1631 ਨੂੰ ਅਕਾਲ ਚਲਾਣਾ ਕਰਦੇ ਆ ਤੇ 1631 ਤੋਂ ਪਹਿਲਾਂ ਗੁਰੂ ਹਰਿਰਾਏ ਸਾਹਿਬ ਤੇ ਗੁਰੂ ਤੇਗ ਬਹਾਦਰ ਦਾ ਜਨਮ ਹੋ ਚੁੱਕਾ ਸੀ। ਗੁਰੂ ਤੇਗ ਬਹਾਦਰ ਸਾਹਿਬ 1621 ਤੁਸੀਂ ਮਨਾ ਰਹੇ ਹੋ। 10 ਸਾਲ ਬਾਅਦ ਇੱਥੋਂ ਤੱਕ ਕਿ ਤਵਾਰੀ ਕਹਿੰਦੀ ਹੈ ਕਿ ਗੁਰੂ ਤੇਗ ਬਹਾਦਰ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਭ ਤੋਂ ਪਹਿਲਾਂ ਸੰਥਿਆ ਬਾਬਾ ਬੁੱਢਾ ਸਾਹਿਬ ਨੇ ਕਰਾਈ। ਮੈਂ ਤੁਹਾਨੂੰ ਸਿਰਫ ਤਾਂ ਬੇਨਤੀ ਕੀਤੀ ਵੀ ਵਾਸ਼ਨਾ ਜਿਹੜੀ ਹੈ
थोड़ा जिहा विषय तो निकलिया। बजुर्गी का अर्थ उम्र ढल नाल नहीं, बजुर्गी का संबंध अकल नाल है। याद रखियो, साडे घर च 125 साल के बजुर्ग बाबा बुढ़ा साहब ने, ते इत्थे 7 साल ते 9 साल के गुरु गोबिंद सिंह के बेटे भी बजुर्ग ने, उन्होंने असीं बाबे कहने। बजुर्गी का संबंध अकल नाल है, बजुर्गी का संबंध सालां नाल नहीं। शेख सादी दियां ये 2 सतरां, बजुर्गी बा अकल ना बा साल। सालां दा नाम बजुर्गी नहीं, अकल दा नाम बजुर्गी है। तवंगरी, तवंगरी कई शब्द इत्थे अमीरी लिख दिया। तवंगरी का लफ्जी अर्थ है अमीर होना। तवंगरी बा दिल ना बा माल। तवंगरी अमीरी का संबंध रुपइया नाल नहीं, अमीरी का संबंध दिल नाल है। चेते रखियो, अरबां पति बंदे दुखी खर्च के राजी नहीं। दिहाड़ी करन वाला भी गुरु रामदास दे लंगर विच आटा पा गया। अमीरी का संबंध पैसे नाल नहीं, दिल नाल हुंदा है। फिर बेनती है, बजुर्गी बा अकल ना बा साल, तवंगरी बा दिल। अमीरी का संबंध सीने नाल है, ना बा माल रुपइया नाल, माल नाल थोड़ा संबंध है। मैं फिर उस विषय ते आउण लगा कि पुंडर केस कुसुम ते धौले सप्त पताल की बाणी, लोचन शर्मै बल बुद्ध नाठी ता काम पव समाधानी। गुरु रामदास कहते ने समस्या है, ਇਹਦੇ ਵਿੱਚੋਂ गुनाह जन्म ਲੈਂਦਾ है। मैं पिछले दिन ही पद्धरी पिंड कथा करन गए, किसी दिन मंजी साहब जे सबजैक्ट चलिया था, गुरु रामदास जी मर्यादा भी बन के गए आ। गुरमुखो, जेड़ा तुसी आ शब्द पढ़ते हो, गुर सतगुर का जो सिख अखाए, ये सिख दी मर्यादा कायम की। सिख दा रूहानी जीवन की है। ਜਿਹੜੀਆਂ ਆਪਾਂ ਅਰਦਾਸਾਂ ਕਰਨੀਆਂ, ਕੀਤਾ ਲੋੜੀਆ ਕੰਮ ਸੋ ਹਰ ਪੈ ਆਖਿਆ, ਇਹ ਵੀ ਗੁਰੂ ਰਾਮਦਾਸ ਨੇ ਦਿੱਤਾ। ਜਿਹੜੀਆਂ 4 ਲਾਵਾਂ ਦਾ ਪਾਠ ਆਪ ਜੀ ਕਰਦੇ ਹੋ, ਇਹ ਵੀ ਗੁਰੂ ਰਾਮਦਾਸ ਨੇ ਬਖਸ਼ ਕੀਤੀਆਂ। ਸਾਡੀ ਮਰਿਆਦਾ ਬੰਨੀ ਉਹਨਾਂ ਨੇ। ਫਿਰ ਉਸ ਤੋਂ ਕਿਤੇ ਆਵਾਂ, ਇਹ ਕਾਮ ਤੇ ਕ੍ਰੋਧ ਨਾਲ ਸਰੀਰ ਭਰਿਆ ਪਿਆ ਤੇ ਬੰਦਾ ਇਹਨੂੰ ਜ਼ਾਹਿਰ ਵੀ ਨਹੀਂ ਕਰਦਾ, ਕਿਉਂਕਿ ਇਹਦੇ ਅੰਦਰ ਦੀ ਜਿਹੜੀ ਸੱਚੀ ਜੇ ਉਂਝ ਬਿਮਾਰੀ ਹੋਵੇ, ਬੰਦਾ ਕਿਸੇ ਨੂੰ ਦੱਸ ਦਿੰਦਾ कि मैनू कैंसर हो गया, मैनू फलानी चीज़ हो गई। ये एडी भैड़ी वासना की बीमारी है, किसी को दसे तो तां भी शर्म आउंदी, लोकी मजाक उड़ाउणगे। गुरु रामदास कहते तू गल मेरी मन, तेरा खैड़ा छुट जूगा। बस आप जे यही गल करनी है, काम क्रोध नगर बो भरिया, मिल साधु खंडल खंडा के सतगुरु नू मिल। गुरु संगत विच मिल तू। याद रखी, इस शरीर विचों गुरु काम ते क्रोध नू सच्ची मुच्ची खंड खंड करके सड़ देगा। आप रोज पढ़ते हो, गुरु रामदास नू कुछ जो कहता धन गुरु रामदास, ओदे विचों गुरु रामदास सारियां बीमारियां कढ़ देता। लब लोभ काम क्रोध मोह मार कढ़े तुद साह परवारिया। काम क्रोध नगर बो भरिया, मिल साधु खंडल खंडा के। पूर्व लिखत लिखे गुर पाया, मन हर लिव मंडल मंडा। ਇਹਦਾ मतलब कि जदों हरी लिव न जुड़ेगा, मन हर लिव मंडल मंडा के। ते गुरु रामदास कहते 2 काम कर अपनी जिंदगी च। देखो गुरमुखो, पहला काम, तू गुरु सामने हाथ जोड़न की जाच सिख। मैं तुहानू सिर्फ ये बेनती कर लगा, महाराज जी ये 2 गल्लां सी पल्ले बन्नियां च, मैं भी ते आप जी भी। महाराज जी कहते कर साधु अंजुली पुन वड्डा है। उत्ते दसिया काम क्रोध है छुट सकने, कर साधु अंजुली। उंज वैसे अंजुली का अर्थ आप जानते हैं जी, आ जी बुक बना लेने अंजलि कहने। एक शब्द असी कहने होने तिलांजलि, कहते इन्हें तिलांजलि दे दी। याद रखियो, तिलांजलि का संबंध मौत नाल हुंदा है। ये बजुर्गों को शायद पता होना है, हिंदू वीर जदों किते मरदा है, वो जिहड़ी क्रिया करदे, तिलां नाल अंजलि दित्ती जांदी। तिलांजलि का अर्थ हुंदा मर गया, अज तो बाद दी कहानी खत्म। इत्थे गुरु जी कहंदे कर साधु अंजलि पुन वड्डा के। वो बंदिया तू हाथ जोड़न दी जाच सिख। हाथ जोड़न का मतलब उंज तां वैसे गुरु ग्रंथ साहिब जिन्ने बार मुखी शब्द वरते ने, उन्हां दा संबंध अंदर नाल। मैं एक हिंद भाई साहब भावें कीर्तन वाले आ चुके हैं, तो मैं एक बेनती करा सी, लावां हुंदियां ना, असी फेरे कहने। उंज गुरु ग्रंथ साहिब पूरे विच ना जी सिर्फ इन्हां ही 4 पदियां विच लावां शब्द आया है। दोबारा किते लावां शब्द गुरु ग्रंथ साहिब च नहीं आया, फेरे आया।
ਗੁਣੀ ਗਿਆਨੀ ਬੈ ਮਤਾ ਪਕਾਇਆ ਫੇਰੇ ਤਤ ਦਵਾਏ। ਹੁਣ ਜਦੋਂ ਅਸੀਂ ਫੇਰੇ ਲੈਂਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਸੱਜੇ ਹੱਥ ਰੱਖ ਕੇ ਅਸੀਂ ਪਰਿਕਰਮਾ ਕਰਨੀ। ਉਂਝ ਵੈਸੇ ਚਲੋ ਕਈ ਸੱਜਣ ਆਪੋ ਆਪਣੇ ਤਰੀਕੇ ਨੇ ਪਰਿਕਰਮਾ ਦੇ, ਪਰ ਮੈਨੂੰ ਤਾਂ ਇੱਕੋ ਪਤਾ ਹੈ ਵੀ ਹਰਮੰਦਰ ਸਾਹਿਬ ਗੁਰੂ ਅਰਜਨ ਸਾਹਿਬ ਦੇ ਵੇਲੇ ਦਾ ਨਾ, ਤੇ ਅੱਜ ਤੱਕ ਜਦੋਂ ਅਸੀਂ ਪਰਿਕਰਮਾ ਕਰਨੇ ਅਸੀਂ ਹਰਮੰਦਰ ਨੂੰ ਸੱਜੇ ਹੱਥ ਰੱਖ ਕੇ ਪਰਿਕਰਮਾ ਕਰਦੇ। ਇਸ ਲਈ ਜਦੋਂ ਤੁਸੀਂ ਮੱਥਾ ਟੇਕਦੇ ਹੋ, ਚਲੋ ਅੱਜ ਮੁਸ਼ਕਲ ਆਉਂਦੀ ਹੈ ਸੰਗਤ ਜ਼ਿਆਦਾ ਕਰਕੇ ਸੰਗਤ ਵੰਡ ਦਿੰਦੇ ਆ, ਪਰ ਜਦੋਂ ਪਰਿਕਰਮਾ ਕਰਾਂਗੇ ਉਦੋਂ ਸੱਜੇ ਹੱਥ ਕਰਨੇ। ਉਂਝ ਇੱਕ ਲਫ਼ਜ਼ ਹੈ ਜੀ ਆਪਣਾ ਹਿੰਦੀ ਚ ਇਹ ਪ੍ਰਦਕਸ਼ਣਾ, ਪ੍ਰਦਕਸ਼ਣਾ ਅਸੀਂ ਕਹਿੰਦੇ ਪ੍ਰਤੱਖਣਾ ਪੰਜਾਬੀ ਚ, ਵੈਸੇ ਪ੍ਰਦਕਸ਼ਣਾ ਦਾ ਲਫ਼ਜ਼ੀ ਅਰਥ ਹੈ ਕਿ ਦਾएं ਹੱਥ ਰੱਖ ਕੇ ਤੁਰਨਾ, ਸੱਜੇ ਪਾਸੇ ਰੱਖ ਕੇ ਤੁਰਨਾ। ਜਦੋਂ ਅਸੀਂ ਪਰਿਕਰਮਾ ਕਰਨੇ ਇਹ ਜ਼ਰੂਰ ਬੱਚਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ, ਜਿੱਥੇ ਤੁਸੀਂ ਸੁਸਾਇਟੀਆਂ ਵਾਲੇ ਇੰਨਾ ਕੰਮ ਕਰਦੇ ਹੋ, ਇੱਕ ਕੰਮ ਕਰੋ ਕਿ ਗੁਰਦੁਆਰੇ ਵਿੱਚ ਘੱਟੋ ਘੱਟ 2 ਪੇਜ ਦਾ ਸਿਰਫ ਲਾਵਾਂ ਦੇ ਅਰਥ ਜ਼ਰੂਰ ਦੱਸਿਆ ਕਰੋ ਜਿਸ ਘਰ ਦੇ ਆਨੰਦ ਕਾਰਜ ਤੁਸੀਂ ਗੁਰਦੁਆਰੇ ਕਰਦੇ। ਲੋਕੀ ਸਾਡੇ ਹਾਲ ਇਹੋ ਜਿਹਾ ਹੋ ਗਿਆ, ਗਾਉਣ ਵਾਸਤੇ ਮਹੀਨਾ ਟ੍ਰੇਨਿੰਗ ਲੈਂਦੀਆਂ ਨੇ, ਜਿਨ੍ਹਾਂ ਦਾ ਵਿਆਹ ਕੁੜੀਆਂ ਉਹ ਵੀ, ਮੁੰਡਾ ਵੀ ਭੰਗੜਾ ਸਿੱਖਣ ਜਾਂਦਾ ਵੀ ਜਿੱਦਣ ਵਿਆਹ ਹੁੰਦਾ ਅਸੀਂ ਕਪਲ ਭੰਗੜਾ ਕਿਵੇਂ ਪਾਣਾ, ਇਸ ਤਰੀਕੇ ਨਾ ਜੀ। ਮਹਿੰਦੀ ਵਾਲੇ ਬੁੱਕ ਕੀਤੇ ਜਾਂਦੇ ਆ, ਸਭ ਕੁਝ ਹੁੰਦਾ ਹੈ। ਅਸੀਂ ਬਾਹਰਮੁਖੀ ਚੀਜ਼ਾਂ ਬਹੁਤ ਸਿੱਖਨੇ ਆ, ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਸਮਤ ਬਖਸ਼ੇ, ਜਿਸ ਬੱਚੀ ਬੱਚੇ ਦਾ ਵਿਆਹ ਹੋਣਾ ਘੱਟੋ ਘੱਟ, ਹੁਣ ਆ ਪ੍ਰੀ ਵੈਡਿੰਗ ਵੀ ਚੱਲ ਪਈ ਨਾ ਜੀ ਇੱਕ, ਇਹ ਵੀ ਮੈਨੂੰ ਤੇ ਪਤਾ ਹੀ ਨਹੀਂ ਸੀ ਇਹ ਕੀ ਸਿਆਪਾ ਹੁੰਦਾ। ਸੱਚੀ ਲੋ ਸਿਆਪਾ ਹੀ ਸਿੱਧੀ ਗੱਲ ਪੰਜਾਬੀ ਚ ਕੀ ਪਤਾ ਸੀ। ਮੈਂ ਉਸ ਦਿਨ ਕਿਹਾ ਕਿ ਤੁਸੀਂ ਬੈਠੇ ਹੋ, ਸਾਡੇ ਪੰਜਾਬ ਚ ਇੱਕ ਸ਼ਬਦ ਵਰਤਦੇ ਸਨ ਵੀ ਫਲਾਣਾ ਬੰਦਾ ਨਾ 3 ਚ ਨਾ 13 ਚ, ਇਹ ਕਹਿੰਦੇ ਨਾ ਇਹਦੇ ਅਰਥ ਨੇ ਕੋਈ। ਵਿਆਹ 3 ਦਿਨ ਹੁੰਦਾ ਸੀ ਜੀ, ਬਸ ਪਹਿਲਾਂ ਕੜਮਾਈ ਹੋ ਜਾਣੀ, ਕੁੜਮਾਈ ਹੋਣੀ। ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਕੁੜਮਾਈ ਆਇਆ ਹੈ। ਉਸ ਤੋਂ ਬਾਅਦ ਜੋ ਸਾਡੇ ਪਿੰਡਾਂ 'ਚ ਵਿਆਹ ਸਾਡੇ ਘਰਾਂ 'ਚ ਹੁੰਦੇ ਰਹੇ, ਪਹਿਲੇ ਦਿਨ ਹੁੰਦੀ ਸੀ ਜੇ ਮੁੰਡੇ ਦਾ ਵਿਆਹ ਹੈ ਤੇ ਬਰਾਦਰੀ ਦੀ ਰੋਟੀ ਵੜ ਕਹਿੰਦੇ ਸਨ ਸਾਡੇ, ਪਤਾ ਨਹੀਂ ਤੁਹਾਡੇ ਲਫ਼ਜ਼ ਹੋਰ ਕੋਈ ਵਰਤਦੇ ਹੋਣਗੇ। ਦੂਜੇ ਦਿਨ ਵਿਆਹ, ਜੰਝ ਚੜ੍ਹਨੀ ਜਾਂ ਜੰਝ ਆਉਣੀ, ਤੇ ਤੀਜੇ ਵਾਰਾ ਜਿਹੜਾ ਹੁੰਦਾ ਸੀ ਉਹ ਮਕਲਾਵਾ ਲੈਣ ਜਾਂਦੇ ਸਨ। ਇਹ 3 ਦਿਨ ਸਨ ਨਾ ਜੀ। ਵਿਆਹ ਦਾ ਕੰਮ 3 ਦਿਨਾਂ ਦਾ ਸੀ ਸੁਣਿਓ, ਤੇ ਜਿਹੜਾ ਮਰ ਜਾਂਦਾ ਸੀ ਉਹਦਾ ਤੇਰੀਆ ਕਰਦੇ ਸਨ। ਤੇਰੀਆ ਸੀ ਨਾ, ਇਹਦਾ ਮਤਲਬ ਇਹ ਸੀ ਤੂੰ ਕਾਹਦਾ ਬੰਦਾ, ਨਾ ਤੈਨੂੰ ਕਿਸੇ ਵਿਆਹ 'ਚ ਪੁੱਛਣਾ ਨਾ ਮਰਿਆ 'ਚ ਪੁੱਛਣਾ, ਐਵੇਂ ਅੱਗੇ ਅੱਗੇ ਤੁਰਿਆ ਫਿਰਨਾ, ਨਾ 3 ਵਿੱਚ ਨਾ 13 'ਚ। ਪਰ ਲੋਕੀ ਤਰੱਕੀ ਕਰ ਗਏ, 3 ਦਿਨਾਂ ਵਾਲਾ ਕੰਮ ਹੁਣ ਤੇਰੀਆ ਕਰ ਦਿੱਤਾ। ਵਿਆਹ ਦਾ ਤੇਰੀਆ ਸਮਝੋ। ਇਹ ਗੁੱਸਾ ਨਾ ਕਰਿਓ ਕਿਉਂਕਿ ਪੈਸਾ ਹੈ ਨਾ, ਤੇ ਗਰੀਬ ਬੰਦੇ ਮਰ ਜਾਂਦੇ, ਅੱਡੀਆਂ ਚੁੱਕ ਚੁੱਕ ਕੇ ਫਾਹ ਲੈਂਦੇ ਅਮੀਰਾਂ ਨੂੰ ਵੇਖ ਕੇ। ਹੁਣ ਅੱਜ ਜੀ ਸਾਡੇ ਮਹਿੰਦੀ ਹੈ, ਅੱਜ ਸਾਡੇ ਰਿੰਗ ਸਰਮਨੀ ਹੈ, ਅੱਜ ਸਾਡੇ ਚੁੰਨੀ ਚੜਾਉਣ ਜਾਣਾ ਹੈ, ਅੱਜ ਫਲਾਣੇ, ਇਸ ਤਰ੍ਹਾਂ ਹੀ ਹੈ ਨਾ ਜੀ। ਹਾਂਜੀ, ਅੱਜ ਲੇਡੀ ਸੰਗੀਤ ਹੈ। ਉਹ ਗੁਰਮੁਖੋ ਤੇਰੀਆ ਬਣਾ ਦਿੱਤਾ, ਮੌਤ ਵਾਲੇ ਦਿਨ ਵਿਆਹ ਨੂੰ ਦੇ ਦਿੱਤੇ। ਸਾਡੇ ਲੁਧਿਆਣੇ 'ਚ ਦੇਖਿਆ ਮੈਂ ਕਿ ਵੀਰਵਾਰ ਬੰਦਾ ਮਰਦਾ, ਨਾਲ ਹੀ ਕਹਿੰਦੇ ਐਤਵਾਰ ਤੱਕ ਕੰਮ ਨਿਬੇੜੋ ਅਸੀਂ ਬੰਬੇ ਪਹੁੰਚਣਾ। ਜਿਹੜਾ 10 ਦਿਨਾਂ 'ਚ ਕਰਨਾ ਸੀ ਉਹ 3 ਦਿਨਾਂ 'ਚ ਮੁਕਾ ਦਿੱਤਾ। ਯਾਦ ਰੱਖਿਓ, ਜਿਹੜਾ 3 ਦਿਨਾਂ 'ਚ ਮੁੱਕਣਾ ਸੀ ਉਹ 13 ਦਿਨ ਬਣਾ ਦਿੱਤੇ। ਤੁਸੀਂ ਸਿੱਖ ਰਹਿਤ ਮਰਿਆਦਾ ਜ਼ਰੂਰ ਪੜੋ। ਮੇਰੀ ਬੇਨਤੀ ਹੈ ਕਿ ਜੋ ਲਿਖਿਆ ਹੈ ਇਹ ਘੱਟੋ ਘੱਟ ਇੱਕ ਮੱਧ ਪੜੋ, ਤਾਂ ਉਹਦੇ 'ਚ ਲਿਖਿਆ ਹੈ ਕਿ ਮਰਨ ਤੋਂ ਬਾਅਦ ਦਸਹਿਰਾ ਕਰੋ 10 ਦਿਨ। ਪਰ ਨਾਲੇ ਵੀ ਲਿਖਿਆ ਜੇ ਸਮਾਂ ਅੱਗੇ ਪਿੱਛੇ 2 ਦਿਨ ਹੋ ਜਾਣ ਤੇ ਉਹਦਾ ਭਰਮ ਨਹੀਂ ਕਰਨਾ। ਇਹਦਾ ਮਤਲਬ ਕੀ ਸੀ ਕਿ ਜਿਹੜਾ ਪ੍ਰਾਣੀ ਚਲਾ ਗਿਆ ਨਾ, ਉਹਦੇ ਨਿਮਿਤ ਤੁਸੀਂ ਆਪ ਗੁਰੂ ਕੀ ਬਾਣੀ ਪੜੋ, ਆਪ ਕੀਰਤਨ ਕਰੋ। ਮੈਂ ਆਪ ਨੂੰ ਸਿਰਫ ਬੇਨਤੀ ਕਰ ਲੱਗਾ ਕਿ ਗੁਰੂ ਰਾਮਦਾਸ ਜੀ ਨੇ ਲਾਵਾਂ ਦਿੱਤੀਆਂ ਸੀ ਪਰਿਕਰਮਾ ਕਰਨੇ। ਮੈਂ ਹਰ ਸਾਲ ਕਹਿਣਾ ਕਿ ਗੁਰਮੁਖੋ ਇਹਨਾਂ ਪਰਿਕਰਮਾਂ ਦੇ ਅੰਦਰੂਨੀ ਅਰਥ ਨੇ। ਇਹ ਮੈਂ ਗੱਲ ਬੜੀ ਵਾਰੀ ਕਥਾ 'ਚ ਕਹੀ, ਜਿਹੜੇ ਕਹਿੰਦੇ ਨੇ ਜੀ ਪਰਿਕਰਮਾ ਕਰਮ ਕਾਂਡ। ਹੁਣ ਆਪਾਂ ਸਵੇਰੇ ਇਹ ਨਿਸ਼ਾਨ ਸਾਹਿਬ ਦੀ ਵੀ ਸੱਜਣ ਪਰਿਕਰਮਾ ਕਰਦੇ। ਉਹ ਨਿਸ਼ਾਨ ਸਾਹਿਬ ਆਮ ਕੱਪੜਾ ਨਹੀਂ ਮੁਲਕ ਦਾ, ਹੱਥ ਜੋੜ ਬੇਨਤੀ ਹੈ, ਜਿੱਥੇ ਨਿਸ਼ਾਨ ਸਾਹਿਬ ਲੱਗਾ ਹੁੰਦਾ ਉੱਥੇ ਥੱਲੇ ਬੜਾ ਵੱਡਾ ਸਿਧਾਂਤ ਹੁੰਦਾ ਹੈ। ਨਿਸ਼ਾਨ ਸਾਹਿਬ ਕਹਿੰਦਾ ਲੰਘਣ ਵਾਲਿਓ ਕਿ ਚੇਤੇ ਰੱਖਿਓ, ਇੱਥੇ ਰੋਟੀ ਨਾ ਮਿਲੇ ਤੇ ਇਸ ਫਰਰੇ ਦੇ ਥੱਲੇ ਆ ਜਾਓ, ਤੁਹਾਨੂੰ ਰੋਟੀ ਮਿਲੇਗੀ। ਜੇ ਤੁਹਾਨੂੰ ਕਮਰਾ ਨਹੀਂ ਮਿਲਦਾ, ਰਾਤ ਨੂੰ ਸੌਣ ਨੂੰ ਥਾਂ ਮਿਲੇਗੀ। ਤੈਨੂੰ ਕਿਤੇ ਲੋੜ ਪੈ ਗਈ, ਮਜ਼ਲੂਮ ਹੈ,
इत्थे पुकार करी, इत्थे तेरी इज्जत बताण वास्ते अपने सिर धड़ दी बाजी भी ला देंगे। ये निशान साहब है बहुत उच्ची। अगली गल ये रहत मर्यादा च लिखिया है, निशान साहब के उपर भाला लाने का जिक्र किया है, पर वैगुरू गुस्सा ना करो जिहड़ियां गल्लां मैं अज कर चलिया, उत्थे ये लिखिया भी वो सरब लोह दा होवे ते अद्धी ज्यादा मर्यादा ते खंडने लोग सोने दे गड्डी बैठे। मर्यादा च लिखिया भी जिहड़ा उपर लाना है वो सरब लोह दा होवे। मैं फिर विषय तो दूर ना जावां, जदों असीं फेरे लैने आ, परिक्रमा करने आ, ये परिक्रमा ये परमात्मा दे अपने कोई बनाए कोई सृष्टि दे विधान विचों ने। सुनो आ रात है, इनू आपां थोड़ा खिंच के लियांदा रात नूं। ये रात तां आ गई क्योंकि धरती परिक्रमा करदी पई, आपां तो नहीं खिंच के रस्सियां नाल लियांदी। जे धरती परिक्रमा ना करे तो दिन कोई नहीं बनना। ये धरती की परिक्रमा रब दे हुक्म विच ओहदा विधान है, इन्हें घूमना ही घूमना है। ये परिक्रमा करेगी तो दिन रात बन गए। याद रखियो कली धरती परिक्रमा नहीं करती, सूरज भी परिक्रमा कर रहा है, चंद्रमा भी परिक्रमा कर रहा है। ज्यादा दूर ना जाओ, जिन्ने असी बैठे हाँ साडे विच खून भी परिक्रमा करदा पिया। जे एक नाड़ किते ब्लॉक हो जाए, घूमना छड्डदा है, नाल ही कहंदे स्टंट पाओ इनू। इस तरह ही है ना, असी किवें कह दिंदे हां परिक्रमा दे अर्थ कोई नहीं। गुरमुखो साइंटिफिक तरीके नाल परिक्रमा तो बिना संसार रह ही नहीं सकता। तो उंज संसार दा लफ्जी अर्थ भी परिक्रमा है। संसार दा अर्थ दुनिया नहीं जी, संसार दा अर्थ घूम रहा जिहड़ा, जिन्होंने अंग्रेजी विच कहंदे यूनीवर्स। यूनी दा अर्थ एक ते वर्ष दा अर्थ घूमना। ये गुरु रामदास ने सानू दातां दित्तियां भी तू परिक्रमा करनी है। मैं विषय तो थोड़ा दूर गया। काम क्रोध नगर बो भरिया, मिल साधु खंडल खंडा के, पूर्व लिखत लिखे गुर पाया, मन खारलिव मंडल मंडा है, कार साधु अंजुली पुन वड्डा। गुरमुखो बाहर दे हाथ जुड़न, अंदर वाला मनवा भी चुक जाए। एदू वड्डा दुनिया च कोई पुन नहीं, क्योंकि हाथ जुड़ते ने विखावे लई, पर सब दे नहीं। हाथ जोड़ना अपने आप को समर्पित करना है। महाराज कहते तू गुरु अगे अपने हाथ जोड़, कर साधु अंजलि पुन वड्डा है। ते अगली गल की कर डंडौत पुन वड्डा है। ये शब्द डंडौत ये दो लफ्जां दा बनिया। डंड औत, डंड दा अर्थ डंडा, औत दा अर्थ तरह। डंडौत दा अर्थ है कि डंडे दी तरह। उंज वैसे कई सज्जन साडे हाथ सीधे करके पूरा शरीर जमीन दे उत्ते लटा के पुट्ठे मत्था टेकदे ने, कहंदे सी डंडौत कर रहे हैं। ठीक है, पर जेड़ा डंडौत है दा मतलब की? डंडौत दा अर्थ बड़ा डूंगा। डंड औत डंडे दी तरह, यह भी समर्पण है। वेखो असी हाथ च डांग फड़ने डंडा, आप कदी डंडे ने अपनी मर्जी की है जी? जिदे हाथ च डंडा ओदी मर्जी उन्होंने मोढे ते रखे। डांग मोढे ते रखो, डांग नूं कंध ना रख दिओ, डांग नूं तुसीं मंजी दे पावे ना रख दिओ, डांग नूं जमीन ते सट दिओ। सच एवे कि डंडा सिर्फ ओदी मर्जी च चलदा जिदे हाथ विच गए। याद रखियो गुरु कहंदा डंडौत कर, अपनी मर्जी छड़ दे, तू अपना आपा डंडे दी तरह गुरु दे हाथ विच दे दे। फिर सुनियो, क्योंकि डंडे की अपनी कोई मर्जी नहीं। उन्होंने मोढे ते रखो, सिर ते रखो, जमीन ते रखो। डंडौत का अर्थ अंदर दा, अंदरूनी मैं कह रहा, बारूनी कहे सीधे लम्मे पैना। अंदर का अर्थ है धन गुरु रामदास। अपमान होवे, सन्मान होवे, चंगा कहे, कोई मंदा कहे, पर एक कृपा करी मैं तेरे हाथ तो बाहर निकल के कोई काम ना कर। डंडौत का अर्थ समर्पण हो जाना। महाराज गुरु रामदास कहते बस दो गल्लां चेते रख, एक हाथ जोड़न की जाच सिख ते दूजा डंडौत करन की जाच सिख। अगली गल अखीर ते गई, वो सब नूं तारन। ये तां अगली गल आएगी जे आ काम बनेगा तां। वो है हम गरीब मस्कीन प्रभ तेरे। महाराज कहते ने हर राख राख वड वड्डा है। ये सब तो वड्डिया मैं गरीब खां, एडी निमरता। मैं मस्कीन खां, तू सब तो वड्डा है।
ਮੈਨੂੰ ਸਭ ਤੋਂ ਗਰੀਬ ਨੂੰ ਆਪਣੇ ਚਰਨਾਂ ਵਿੱਚ ਰੱਖ ਲਈ। ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਮਿਹਰ ਕਰੇ ਅਸੀਂ ਬਾਣੀ ਨਾਲ ਜੁੜੀਏ। ਧੰਨ ਗੁਰੂ ਰਾਮਦਾਸ ਜੀ ਦੀਆਂ ਸਿੱਖਿਆਵਾਂ ਨਾਲ। ਖਾਲਸਾ ਜੀ ਮੈਂ ਰੋਜ਼ ਬੇਨਤੀ ਕਰ ਰਿਹਾ, ਅੰਮ੍ਰਿਤ ਦੀ ਦਾਤ ਲਵੋ ਤੇ ਨਿਤਨੇਮੀ ਹੋਈਏ। ਮੇਰੀ ਫਿਰ ਅਰਜ਼ ਹੈ, ਅੰਮ੍ਰਿਤ ਦੀ ਦਾਤ ਲੈ ਕੇ ਜਿਹਨੇ ਨਹੀਂ ਦਾਤ ਲਈ ਉਹਨੂੰ ਦਬਕੇ ਨਾ ਲਾਈ ਜਾਈਏ, ਕਿਉਂਕਿ ਸਾਡੀ ਇੱਕ ਸਮੱਸਿਆ ਹੈ। ਇਹ ਗੁੱਸਾ ਨਾ ਕਰਿਓ, ਜਦੋਂ ਬੰਦਾ ਛਕ ਲੈਂਦਾ ਦੂਜੇ ਦਿਨ ਉਪਦੇਸ਼ਕ ਬਣ ਜਾਂਦਾ। ਅੰਜ ਨਾ ਕਰੋ, ਅੰਜ ਨਾ ਕਰੋ, ਅੰਜ ਨਾ ਕਰੋ, ਬੰਦੇ ਡਰਨ ਲੱਗ ਪੈਂਦੇ। ਚੰਗਾ ਭਲਾ ਸੀ, ਇਹਨੂੰ ਹੋ ਕੀ ਗਿਆ? ਸਿੱਧੀ ਜੀ ਗੱਲ ਹੈ, ਜਿਹੜੀ ਗੱਲ ਕਰਨ ਤੋਂ ਆਪਾਂ ਡਰਨੇ ਆ, ਕਿਉਂਕਿ ਕੰਗ ਨਹੀਂ। ਗੁਰਮੁਖੋ, ਜਿਹਨੇ ਨਹੀਂ ਛਕਿਆ ਉਹਨੂੰ ਦਬਕੇ ਨਾ ਮਾਰੋ, ਮੰਦਾ ਮਤ ਬੋਲੋ। ਇੱਕ ਯਤਨ ਕਰੋ, ਆਪਣਾ ਜੀਵਨ ਇੰਨਾ ਕੁ ਕਮਾਵੋ ਤੁਹਾਨੂੰ ਕਹਿਣ ਦੀ ਲੋੜ ਨਾ ਪਏ। ਉਹ ਵੀ ਕਹਿ ਦੱਸੋ ਭਾਈ ਸਾਹਿਬ ਜੀ ਕਿ ਕਿਦਨ ਅੰਮ੍ਰਿਤ ਸੰਚਾਰ ਹੋਣਾ। ਮੇਰੀ ਇਹ ਬੇਨਤੀ ਹੈ, ਮੈਂ ਨਿਮਰਤਾ ਸਹਿਤ ਕਿਹਾ, ਮੈਂ ਆਪਣੀ ਜ਼ਿੰਦਗੀ ਤਜਰਬਾ ਕਰਕੇ ਦੇਖਿਆ ਜੀ। ਜੇ ਆਪਾਂ ਨਿਮਰਤਾ ਸਹਿਤ, ਇਸ ਨਿਮਰਤਾ ਦਾ ਅਰਥ ਹੀਣਤਾ ਨਹੀਂ ਲੈਣਾ ਵੀ ਨਿਮਰਤਾ ਦਰ ਤੇ ਹੀਣਤਾ ਨਹੀਂ। ਪਿਆਰਿਓ, ਪਰਮਾਤਮਾ ਨੇ ਇੰਨੀ ਦਾਤ ਦਿੱਤੀ ਹੈ। 1 ਰੁਪਈਆ ਡਿੱਗ ਪਏ ਥੱਲੇ, 1 ਰੁਪਈਆ ਡਿੱਗ ਪਏ ਨਾ, ਤੇ ਇਹ ਚੰਗਾ ਪੈਂਟ ਕੋਟ ਟਾਈ ਲਾਈ, ਉਹ ਵੀ ਬੰਦਾ ਝੁਕ ਕੇ ਰੁਪਈਏ ਨੂੰ ਚੁੱਕ ਲੈਂਦਾ ਹੈ। ਜੇ ਬੰਦਾ ਜ਼ਿੰਦਗੀ 'ਚ ਡਿੱਗ ਪਵੇ, ਆਕੜ ਕੇ ਨਾ ਤੁਰੀਏ, ਆਪਾਂ ਝੁਕਣ ਦੀ ਜਾਚ ਨਾ ਸਿੱਖੀਏ। ਜੇ ਰੁਪਈਆ ਝੁਕ ਕੇ ਚੁੱਕਿਆ ਜਾ ਸਕਦਾ ਹੈ, ਤੇ ਜਿਹੜਾ ਬੰਦਾ ਡਿੱਗ ਪਿਆ ਨਾ, ਆਪਾਂ ਵੀ ਥੋੜਾ ਜਿਹਾ ਝੁਕ ਪਈਏ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਮੈਂ ਤੁਹਾਡਾ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਖਾਸ ਕਰਕੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਅਧਿਕਾਰੀ ਸਾਹਿਬ ਤੇ ਇਸ ਇਲਾਕੇ ਦੀ ਸੰਗਤ ਜੀ। ਭਾਵੇਂ ਆਪ ਨੂੰ 7 ਵਜੇ ਟਾਈਮ ਦਈਏ ਤੇ ਭਾਵੇਂ ਇਹ 7:30 ਦਈਏ, ਮੈਂ ਤਾਂ ਹੈਰਾਨ ਹਾਂ ਵੀ ਪਤਾ ਨਹੀਂ ਸੰਗਤ ਕਿੱਥੋਂ, ਮਹਾਰਾਜ ਦੀ ਇੰਨੀ ਕਿਰਪਾ ਹੈ। ਪਰ ਥਾਂ ਥੋੜਾ ਜਿਹਾ ਖੁੱਲਾ ਕਰ ਲਓ ਤੇ ਹੋਰ ਵੀ ਚੰਗਾ ਹੋ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।